ਅੱਜ ਦਾ ਜਿਹੜਾ ਸਾਡਾ ਸ਼ਬਦ ਹੈ, ਉਹਦੀ ਰਹਾਉ ਦੀ ਪੰਕਤੀ ਹੈ, ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮਹਿ ਰਹੂੰ ਰਜਾਈ। ਇਹ ਸ਼ਬਦ ਹੈ ਪੋਥੀ ਪੰਨਾ ਨੰਬਰ 795। ਆਪਾਂ ਜਿਸ ਤਰ੍ਹਾਂ ਕਰਦੇ ਆ ਰਹੇ ਹਾਂ ਵਿਚਾਰ ਕਿ ਆਪਾਂ ਸ਼ੁਰੂਆਤ ਰਹਾਉ ਦੀ ਤੁਕ ਤੋਂ ਕਰਨੀ ਹੈ। ਐਸੀ ਮੈਨੂੰ ਸੂਝ ਬੂਝ ਬਖਸ਼ੋ ਵਾਹਿਗੁਰੂ ਜੀ ਕਿ ਮੈਂ ਤੁਹਾਡੇ ਗੁਣ ਗਾਉਂਦਾ ਰਵਾਂ। ਤੇਰੇ ਗੁਣ ਗਾਵਾਂ ਦੇਹ ਬੁਝਾਈ। ਗੁਣ ਗਾਉਣ ਤੋਂ ਭਾਵ ਕੀਰਤਨ ਕਰਨਾ ਨਹੀਂ, ਜਾਂ ਪਾਠ ਕਰਨਾ ਨਹੀਂ। ਗੁਣ ਗਾਉਣ ਤੋਂ ਭਾਵ ਹੈ ਥੋੜਾ ਜਿਹਾ ਉੱਚੀ ਆਵਾਜ਼ ਦੇ ਨਾਲ ਨਾਮ ਜਪਣਾ। ਥੋੜਾ ਜਿਹਾ ਉੱਚੀ ਆਵਾਜ਼ ਦੇ ਨਾਲ ਨਾਮ ਜਪਣਾ। ਸ਼ਲੋਕ ਮਹੱਲਾ 9ਵਾਂ ਅਸੀਂ ਸਾਰੇ ਸੁਣਦੇ ਹਾਂ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜੇਕਰ ਇਹ ਗੁਣ ਨਾ ਗਾਏ ਤਾਂ ਸਾਡਾ ਜਿਹੜਾ ਜਨਮ ਹੈ ਇਹ ਵਿਅਰਥ ਚਲਾ ਜਾਏਗਾ, ਸਮਾਂ ਸਾਡਾ ਵਿਅਰਥ ਚਲਾ ਜਾਏਗਾ। ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕਾਮਾ। ਜਿਨ੍ਹਾਂ ਦਾ ਹਲੇ ਬਿਲਕੁਲ ਜਿਹੜੇ ਨਵੇਂ ਲੱਗੇ ਨੇ, ਜਿਹੜੇ ਸਟਾਰਟ ਕਰ ਰਹੇ ਨੇ ਆਪਣੀ ਇਹ ਐਜੂਕੇਸ਼ਨ, ਇਹ ਗਿਆਨ ਦੇ ਨਾਲ ਸਾਂਝ ਪਾ ਰਹੇ ਨੇ, ਜਾਂ ਇਸ ਤਰ੍ਹਾਂ ਕਹਿ ਲਓ ਕਿ ਜਿਹੜੇ ਛੋਟੇ ਬੱਚੇ ਆਪਾਂ ਜਿਨ੍ਹਾਂ ਨੂੰ ਐਜ਼ ਏ ਟੀਚਰ, ਐਜ਼ ਏ ਮਾਂ ਬਾਪ ਆਪਾਂ ਸਿੱਖੀ ਵਾਲੇ ਪਾਸੇ ਲਾਉਣਾ ਚਾਹੁੰਦੇ ਹਾਂ, ਉਹਨਾਂ ਦਾ ਜਿਹੜਾ ਲੈਵਲ ਹੈ ਉਹ ਵੱਖਰਾ ਹੈ। ਉਹਨਾਂ ਨੂੰ ਬਾਣੀ ਵੀ ਆਪਾਂ ਪੜ੍ਹਨ ਵਾਸਤੇ ਪ੍ਰੇਰਨਾ ਹੈ, ਬਾਣੀ ਸਿੱਖਣ ਵਾਸਤੇ ਵੀ ਪ੍ਰੇਰਨਾ ਹੈ। ਸੋ ਗੁਣ ਗਾਉਣ ਦਾ ਜਿਹੜਾ ਭਾਵ ਹੈ ਇਹ ਆਪਾਂ ਸਮਝਣਾ ਹੈ ਚੰਗੀ ਤਰ੍ਹਾਂ। ਕਈ ਵਾਰੀ ਵਿਚਾਰ ਕਰਦੇ ਕਰਦੇ ਆਪਾਂ ਇਹ ਗੱਲਾਂ ਸਾਰੀਆਂ ਸਾਡੇ ਸਾਹਮਣੇ ਆ ਜਾਂਦੀਆਂ ਕਿ ਪਾਠ ਕਰਨ ਦਾ ਕੋਈ ਫਾਇਦਾ ਨਹੀਂ ਹੈ। ਹਰ ਚੀਜ਼ ਦਾ ਫਾਇਦਾ ਹੈ, ਲੇਕਿਨ ਜਿਹੜੀ ਅਸਲ ਪਛਾਣ ਕਰਨੀ ਹੈ ਉਹ ਅਸੀਂ ਗੁਰਬਾਣੀ ਨੂੰ ਸਮਝੇ, ਸੂਝੇ, ਪੜ੍ਹ ਪੜ੍ਹ ਬੁੱਝੇ। ਅਸੀਂ ਇਹ ਨਹੀਂ ਹੈ ਕਿ ਜਪਜੀ ਸਾਹਿਬ ਦੇ ਮਿੱਥ ਲਈਏ ਕਿ ਅਸੀਂ 5 ਪਾਠ ਕਰਨੇ ਆ, ਅਸੀਂ 10 ਪਾਠ ਕਰਨੇ ਆ, ਜਾਂ ਸੁਖਮਨੀ ਸਾਹਿਬ ਦੇ ਪਾਠ ਕਰਨੇ ਆ। ਮਿੱਥਣਾ ਨਹੀਂ, ਪੜ੍ਹਨਾ ਹੈ, ਐਜੂਕੇਸ਼ਨ ਲੈਣੀ ਹੈ, ਐਜੂਕੇਸ਼ਨ ਦੇਣੀ ਵੀ ਹੈ ਬੱਚਿਆਂ ਨੂੰ, ਸੰਗੀ ਸਾਥੀਆਂ ਨੂੰ। ਸੋ ਇਹ ਕਈ ਵਾਰੀ ਐਸੇ ਜਿਹੜੇ ਵਿਚਾਰ ਆ ਜਾਂਦੇ ਨੇ, ਜਿਸ ਤਰ੍ਹਾਂ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜ ਜਨਾਂ ਸੋ ਸੰਗ ਨ ਛੁਟਕਿਓ, ਅਦਕ ਅਹੰ ਬੁੱਧ ਬਾਧੇ ਪਿਆਰੇ, ਇਨ ਵਿਦ ਮਿਲਣ ਨਾ ਜਾਈ। ਇਹ ਵਿਚਾਰ ਕਦੇ ਕਦੇ ਸਹਿ ਸੁਭਾਏ ਜਿਹੜੇ ਆ ਨਾ ਉਹ ਆ ਜਾਂਦੇ ਨੇ, ਲੇਕਿਨ ਅਸੀਂ ਐਜੂਕੇਟ ਹੋਣਾ ਗੁਰਬਾਣੀ ਚੋਂ। ਆਪਾਂ ਜਿਹੜੇ ਰਹੱਸ ਨੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ
ਉਹ ਕੱਢਣੇ ਨੇ, ਪੜ੍ਹ ਕੇ, ਸਮਝ ਕੇ। ਤੇਰੇ ਗੁਣ ਗਾਵਾਂ ਦੇ ਬੁਝਾਈ, जैसे सच में रहूं रजाई। पातशाह ऐसी कृपा करो, ऐसी सूझबूझ बख्शो कि मैं अठों पैर नाम अभ्यास करा, नाम जपां। अपनी रसना दे नाल, थोड़ी उच्ची धुन दे नाल मैं नाम जपां। जैसे सच में रहूं रजाई। ते उस नाम दे विच मैं टिकिया रहां। उस नाम दे विच मेरा मन टिकिया रहे, मन इधर उधर दौड़े ना। यही तुहाडी रजा है, यही तुहाडा हुक्म है। सो मैं तुहाडी रजा दे अनुसार जिस मकसद वास्ते मैनू इत्थे वडमुला जन्म दे के भेजिया है, मैं ओ मकसद विच पूरा होवां। भई प्रापत मानुख देहरिया गोबिंद मिलन की ए तेरी बरिया। आ वारी सानू मिली है, जन्म नू व्यर्थ नहीं जान देना। इसे वारी च सारा कुछ होना है। इसे वारी दे विच असीं अपने जीवन दा सुधार करना और इसे वारी दे विच भरिए मत पापां के संग ओ धोपै नावै के रंग। असीं साफ सुथरे हो के अकाल पुरख नू मिलना है दोबारा, क्योंकि असीं उत्थों ही आए हैं। ते ओदी रजा ये है कि जिस तरह दा मैं तैनू भेजिया है, तू मेरे कोले उसे तरह दा वापस होना। तैनू कोई काम, क्रोध, लोभ, मोह, हंकार दा रोग नहीं होना चाहिदा। ਐਨ ਨੀਟ ਐਂਡ ਕਲੀਨ ਜਿਵੇਂ ਤੈਨੂੰ ਮੈਂ ਭੇਜਿਆ ਉਸੇ ਤਰ੍ਹਾਂ ਦਾ ਮੇਰੇ ਕੋਲ ਵਾਪਸ ਆ। ਇਹੀ ਕੋਸ਼ਿਸ਼ ਹੈ, ਇਹੀ ਸਾਡੇ ਜੀਵਨ ਦਾ ਮਨੋਰਥ ਹੈ ਔਰ ਅਸੀਂ ਸਕਸੈਸਫੁਲ ਵੀ ਤਾਂ ਹੀ ਹੋਵਾਂਗੇ। ਜੋ ਹੋ ਰਿਹਾ ਮੈਂ ਉਹਦਾ ਜ਼ਿਕਰ ਨਹੀਂ ਕਰਨਾ, ਉਸ ਪਾਸੇ ਆਪਾਂ ਕੋਈ ਵਿਚਾਰ ਨਹੀਂ ਕਰਨੀ, ਲੇਕਿਨ ਜੋ ਹੈ, ਜੋ ਬਾਣੀ ਸਾਡੇ ਕੋਲ ਗੁਰੂ ਸਾਹਿਬਾਨ ਨੇ ਬਖਸ਼ਿਸ਼ ਕੀਤੀ ਹੈ, ਅਸੀਂ ਉਹਦੀ ਸੰਭਾਲ ਕਰੀਏ, ਅਸੀਂ ਉਹਦੀ ਸੇਵਾ ਸੰਭਾਲ ਕਰੀਏ। ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ, ਸਭ ਤੋਂ ਪਹਿਲਾਂ ਤਾਂ ਇਹ ਬੜੀ ਇੰਪੋਰਟੈਂਟ ਚੀਜ਼ ਹੈ। ਰਾਗ ਬਿਲਾਵਲ ਮਹੱਲਾ ਪਹਿਲਾ, ਚੌਪ ਦੇ ਘਰ ਪਹਿਲਾ। ਸੋ ਰਹਾਉ ਕੀ ਕਹਿੰਦਾ? ਕਹਿੰਦਾ ਐਸੀ ਸੂਝ-ਬੂਝ ਬਖਸ਼ੋ, ਐਸੀ ਕਿਰਪਾ ਕਰੋ, ਐਸਾ ਗਿਆਨ ਬਖਸ਼ੋ ਕਿ ਮੈਂ ਉਸ ਗਿਆਨ ਦੀ ਮਦਦ ਦੇ ਨਾਲ, ਉਸ ਪੜ੍ਹਾਈ ਦੀ ਮਦਦ ਦੇ ਨਾਲ, ਉਸ ਐਜੂਕੇਸ਼ਨ ਦੀ ਮਦਦ ਦੇ ਨਾਲ ਮੈਂ ਇਸ ਰਸਨਾ ਦੇ ਨਾਲ ਅਕਾਲ ਪੁਰਖ ਦੇ ਗੁਣ ਗਾਉਂਦਾ ਰਵਾਂ। ਜੈਸੇ ਸੱਚ ਮੈਂ ਰਹੂੰ ਰਜ਼ਾਈ। ਤੇ ਇਹ ਗੁਣ ਗਾਉਣ ਦੇ ਨਾਲ ਮੈਂ ਉਹਦੀ ਰਜ਼ਾ ਦੇ ਵਿੱਚ ਹਮੇਸ਼ਾ ਮੇਰਾ ਮਨ ਟਿਕਿਆ ਰਵੇ। ਰਹਾਉ, ਸੈਂਟਰਲ ਆਈਡੀਆ। ਇਹ ਹੈ ਸਾਡਾ ਘਰ ਸ਼ਬਦ ਦਾ, ਜਿੱਥੋਂ ਅਸੀਂ ਵਾਰ-ਵਾਰ ਇਹਨਾਂ ਦੋ ਤੁਕਾਂ ਨੂੰ ਮੁੱਖ ਰੱਖ ਕੇ ਬਾਕੀ ਸਾਰੇ ਸ਼ਬਦ ਨੂੰ ਅਸੀਂ ਖੋਜਣਾ ਹੈ। ਸ਼ਬਦ ਸ਼ੁਰੂ ਕਿੱਥੋਂ ਹੋ ਰਿਹਾ? ਇੱਕ ਗੱਲ ਮੈਂ ਹੋਰ ਐਕਸਪਲੇਨ ਕਰਦਾ ਚੱਲਾਂ ਕਿ ਇਹ ਸ਼ਬਦ ਦੇ ਉੱਤੇ ਪੂਰਾ ਸਰੂਪ ਲਿਖਿਆ ਹੋਇਆ। ਅਸੀਂ ਇਸ ਸਰੂਪ ਦੇ ਉੱਤੇ
ਪੂਰੀ ਬੈਠਕ ਲਾਉਣੀ ਹੈ ਥੋੜੇ ਦਿਨਾਂ ਦੇ ਵਿੱਚ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਇਸ ਸਰੂਪ ਦੇ ਉੱਤੇ ਅਸੀਂ ਪੂਰੀ ਬੈਠਕ ਲਾਵਾਂਗੇ। ਅੱਜ ਅਸੀਂ ਜੋ ਸ਼ਬਦ ਦੀ ਵਿਚਾਰ ਹੈ ਉਹ ਅਸੀਂ ਪਹਿਲੀਆਂ ਲਾਈਨਾਂ ਤੋਂ ਸ਼ੁਰੂਆਤ ਕਰ ਰਹੇ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਇਹ ਨਾਲ ਨਾਲ ਤੁਸੀਂ ਜਿਹੜੇ ਅਰਥ ਦੱਸੇ ਹੋਏ ਨੇ ਇਹ ਪੜ੍ਹਦੇ ਜਾਓ। ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਗੁਰਬਾਣੀ ਦੇ ਟੀਕੇ ਕੀਤੇ ਨੇ, ਸਾਰੇ ਹੀ ਸਤਿਕਾਰਯੋਗ ਨੇ। ਸਾਰਿਆਂ ਨੇ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀਆਂ ਕਰਕੇ ਇਹ ਸੇਵਾ ਕੀਤੀ ਹੈ, ਸੋ ਸਾਰੇ ਹੀ ਸਤਿਕਾਰਯੋਗ ਨੇ। ਸੋ ਅਰਥ ਤੁਸੀਂ ਹੁਣ ਨਾਲ ਨਾਲ ਸਕਰੀਨ ਤੇ ਪੜ੍ਹਦੇ ਜਾਣਾ ਆਪਣੇ ਆਪ, ਤੇ ਅਸੀਂ ਜੋ ਸਾਨੂੰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਉਸ ਹਿਸਾਬ ਦੇ ਨਾਲ ਅਸੀਂ ਗੁਰਬਾਣੀ ਖੋਲਦੇ ਜਾਵਾਂਗੇ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਤੂੰ ਇੰਨਾ ਵੱਡਾ ਦਾਤਾ, ਬੇਅੰਤ, ਦੀਨ ਦੁਨੀ ਦਾ ਮਾਲਕ, ਦੀਨ ਦੁਨੀ ਦਾ ਬਾਦਸ਼ਾਹ, ਐਡਾ ਵੱਡਾ ਸੁਲਤਾਨ, ਤੇ ਕਿੱਥੇ ਮੈਂ ਇੱਕ ਮਾਮੂਲੀ ਜਿਹਾ ਬੰਦਾ। ਲਫ਼ਜ਼ਾਂ ਨੂੰ ਸਮਝਣਾ ਹੈ, ਲਫ਼ਜ਼ਾਂ ਨੂੰ ਦੇਖਣਾ ਕਿ ਕਿਹੜੇ ਲਫ਼ਜ਼ ਯੂਜ਼ ਕੀਤੇ ਹੈ, ਕਿਸ ਤਰ੍ਹਾਂ ਕੀਤੇ ਹੈ। ਇੱਥੇ ਪਾਤਸ਼ਾਹ ਨੂੰ ਸੁਲਤਾਨ ਕਹਿ ਕੇ ਸੰਬੋਧਨ ਹੋ ਰਿਹਾ ਹੈ। ਬੋਲੀ ਦੇਖੋ, ਕਹਾਂ ਹੋ ਮੀਆਂ, ਮੈਂ ਇੱਕ ਆਮ ਜਿਹਾ ਬੰਦਾ। ਇਹ ਮੀਆਂ ਦਾ ਮਤਲਬ ਹੈ, ਜਿਹੜੀ ਬੋਲੀ ਇੱਥੇ ਵਰਤੀ ਜਾ ਰਹੀ ਹੈ, ਸੁਲਤਾਨ ਬਾਦਸ਼ਾਹ ਨੂੰ ਕਹਿੰਦੇ, ਬਹੁਤ ਵੱਡਾ ਜਿਹੜਾ ਮਾਲਕ ਹੋਵੇ, ਰਿਆਸਤਾਂ ਦਾ ਮਾਲਕ ਹੋਵੇ। ਤੇ ਕਿੱਥੇ ਮੈਂ ਇੱਕ ਮਾਮੂਲੀ ਜਿਹਾ ਬੰਦਾ, ਤੂੰ ਪਾਤਸ਼ਾਹ ਮੈਂ ਤੇ ਤੇਰੀ ਵਡਾਈ ਆਖ ਹੀ ਨਹੀਂ ਸਕਦਾ, ਮੈਂ ਤੇ ਕਹਿ ਹੀ ਨਹੀਂ ਸਕਦਾ, ਮੇਰੀ ਤੇ ਕੋਈ ਹੈਸੀਅਤ ਹੀ ਨਹੀਂ ਹੈ ਮੈਂ ਤੇਰੀ ਵਡਾਈ ਕਰ ਸਕਾਂ। ਤੂੰ ਸੁਲਤਾਨ ਕਹਾਂ ਹੋ ਮੀਆਂ। ਇਹ ਮੀਆਂ ਪੁਰਾਣਾ ਲਫ਼ਜ਼ ਹੈ। ਜਦੋਂ ਦੇਸ਼ਾਂ ਦੀ ਵੰਡ ਨਹੀਂ ਸੀ ਹੋਈ, ਉੱਥੇ ਪੰਜਾਬ ਦੇ ਵਿੱਚ ਜਿਹੜਾ ਸਾਂਝਾ ਪੰਜਾਬ ਸੀ, ਉੱਥੇ ਕਿਹਾ ਜਾਂਦਾ ਸੀ, ਬੀਬੀਆਂ ਨੂੰ ਆਮ ਹੀ ਸਵਾਲ ਹੁੰਦਾ ਸੀ, ਹੋਰ ਤੇਰੇ ਮੀਆਂ ਦਾ ਕੀ ਹਾਲ ਹੈ। ਭਾਵ ਤੇਰੇ ਹਸਬੈਂਡ ਦਾ ਕੀ ਹਾਲ ਹੈ, ਤੇਰੇ ਬੰਦੇ ਦਾ ਕੀ ਹਾਲ ਹੈ। ਸੋ ਇਹ ਲਫ਼ਜ਼ਾਂ ਦਾ ਦੇਖੋ ਸੰਤੁਲਨ ਆਪਾਂ ਬਣਾ ਕੇ ਬਿਲਕੁਲ ਉਸੇ ਤਰ੍ਹਾਂ ਆਪਾਂ ਇੱਥੇ ਗੁਰਬਾਣੀ ਦੀ ਖੋਜ ਕਰਨੀ ਹੈ। ਤੂੰ ਇੰਨਾ ਵੱਡਾ ਦੀਨ ਦੁਨੀ ਦਾ ਪਾਤਸ਼ਾਹ, ਕਿੱਥੇ ਮੈਂ ਇੱਕ ਮਾਮੂਲੀ ਬੰਦਾ, ਤੇ ਮੈਂ ਤੇਰੀ ਵਡਿਆਈ ਕੀ ਆਖਾਂ, ਮੈਂ ਕੀ ਕਹਿ ਸਕਦਾ, ਮੇਰੀ ਕੀ ਹਾਸੀਅਤ ਹੈ, ਮੈਂ ਤੈਨੂੰ ਤੇਰੀ ਵਡਿਆਈ ਕਰ ਸਕਾਂ। ਜੋ ਤੂੰ ਦੇ ਸੋ ਕਹਾਂ ਸੁਆਮੀ। ਪਾਤਸ਼ਾਹ ਜੀ, ਜੋ ਤੁਸੀਂ ਬਖਸ਼ਿਸ਼ ਕਰਦੇ ਹੋ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਜੋ ਤੂੰ ਦੇ ਸੋ ਕਹਾਂ ਸੁਆਮੀ। ਤੇਰੀ ਜਿਹੜੀ ਵਡਿਆਈ ਹੈ, ਤੇਰੀ ਕਿਰਪਾ ਦੇ ਨਾਲ ਹੀ ਹੋ ਸਕਦੀ ਹੈ। ਜਿੰਨੀ ਬਖਸ਼ਿਸ਼ ਤੁਸੀਂ ਕਰ ਰਹੇ ਹੋ, ਜਿੰਨਾ ਮੈਂ ਨਾਮ ਅਭਿਆਸ ਕਰ ਰਿਹਾ, ਜਿੰਨਾ ਮੈਂ ਤੁਹਾਡੀ ਸਿਫਤ ਸਲਾਹ ਕਰ ਰਿਹਾ, ਇਹ ਸਭ ਤੁਹਾਡੀ ਦਇਆ ਹੈ, ਤੁਹਾਡੀ ਕਿਰਪਾ ਹੈ। ਜੋ ਤੂੰ ਦੇ ਸੋ ਕਹਾਂ ਸੁਆਮੀ। ਮੈਂ ਮੂਰਖ ਕਹਿਣ ਨਾ ਜਾਈ, ਅਦਰਵਾਈਜ਼ ਮੇਰੀ ਕੋਈ ਹੈਸੀਅਤ ਨਹੀਂ ਹੈ, ਮੇਰੀ ਕੋਈ ਔਕਾਤ ਨਹੀਂ ਹੈ ਕਿ ਮੈਂ ਇਸ ਰਸਨਾ ਦੇ ਨਾਲ, ਆਪਣੀ ਹਿੰਮਤ ਦੇ ਨਾਲ ਮੈਂ ਨਾਮ ਜਪ ਸਕਾਂ, ਮੈਂ ਨਾਮ ਨੂੰ ਕਹਿ ਸਕਾਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਇੰਨੀ ਗਰੀਬੀ ਔਰ ਇੰਨੀ ਨਿਮਰਤਾ ਔਰ ਇੰਨਾ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਵੀ ਬਿਲਕੁਲ ਦਰ ਦੇ ਅੱਗੇ ਢਹਿ ਜਾਣਾ,
ਇਹ ਗੁਰੂ ਨਾਨਕ ਦੇ ਹਿੱਸੇ ਆਇਆ, ਹੋਰ ਕਿਸੇ ਪੀਰ ਪੈਗੰਬਰ ਦੇ ਹਿੱਸੇ ਇੰਨੀ ਨਿਮਰਤਾ, ਇੰਨੀ ਗਰੀਬੀ ਨਹੀਂ ਆਈ। ਜੋ ਤੂੰ ਦੇ ਸੋ ਕਹਾਂ ਸੁਆਮੀ। ਜਿੰਨੀ ਬਖਸ਼ਿਸ਼ ਤੁਸੀਂ ਕਰ ਰਹੇ ਹੋ ਸਿਫਤ ਸਲਾਹ ਕਰਨ ਦੀ, ਮੈਂ ਓਨੀ ਹੀ ਕਰਦਾ। ਮੇਰਾ ਆਪਣਾ ਤੇ ਕੋਈ ਜ਼ੋਰ ਨਹੀਂ ਹੈ ਮੈਂ ਨਾਮ ਜਪ ਸਕਾਂ। ਉਹ ਕੀ ਹੈ ਸਿਫਤ ਸਲਾਹ ਜਿਹੜੀ ਹੈ, ਕੀ ਕਹਿਣਾ ਹੈ? ਮੈਂ ਮੂਰਖ ਕਹਿਣ ਨਾ ਜਾਈ, ਰਾਣੇ ਨੂੰ ਔਂਕੜ ਹੈ। ਮੈਂ ਮੂਰਖ ਕਹਿਣ ਨਾ ਜਾਈ, ਕੀ ਕੀ ਤੇਰੇ ਗੁਣ ਗਾਵਾਂ ਦੇ ਬਜਾਈ। ਹੋਰ ਅਰਦਾਸ ਕਰਦੇ ਆ, ਕਹਿੰਦੇ ਮੈਨੂੰ ਗੁਣ ਐਸੀ ਬਖਸ਼ਿਸ਼ ਕਰੋ, ਐਸੀ ਸੂਝ-ਬੂਝ ਬਖਸ਼ੋ, ਮੈਂ ਤੁਹਾਡਾ ਨਾਮ ਹੀ ਜਪੀ ਜਾਵਾਂ। ਦਿਨ ਰਾਤੀ ਅਰਾਧੋ ਪਿਆਰੋ, ਨਿਮੁਖ ਨਾ ਕੀਜੈ ਢੀਲਾ। ਜੈਸੇ ਸੱਚ ਮੈਂ ਰਹੂੰ ਰਜ਼ਾਈ। ਸੋ ਜਿੰਨਾ ਇਹ ਗਿਆਨ, ਜਿੰਨੇ ਇਹ ਸ਼ਬਦ ਆਉਣੇ ਨੇ, ਇਹ ਸਾਰੇ ਉਸ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਨਾਮ ਜਪਣ ਦੇ ਉੱਤੇ ਆਉਣੇ ਨੇ। ਇਹੀ ਗੁਰੂ ਘਰ ਦਾ ਪਹਿਲਾ ਅਸੂਲ ਹੈ, ਔਰ ਇਹੀ ਜਿਹੜਾ ਅਸੂਲ ਹੈ ਅਖੀਰ ਤੱਕ ਜਾਣਾ ਹੈ। ਰਸਨਾ ਦੇ ਨਾਲ ਨਾਮ ਜਪਣਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੋ ਕਿਛ ਹੋਆ ਸਭ ਕਿਛ ਤੁਝ ਤੇ, ਤੇਰੀ ਸਭ ਅਸਨਾਈ। ਜੋ ਵੀ ਹੋ ਰਿਹਾ ਸਾਰਾ ਕੁਝ ਤੇਰੀ ਰਜ਼ਾ ਦੇ ਵਿੱਚ ਹੋ ਰਿਹਾ। ਅਸਨਾਈ ਜਿਹੜਾ ਲਫ਼ਜ਼ ਹੈ, ਇਹ ਸਾਰੀ ਤੇਰੀ ਬਜ਼ੁਰਗੀ ਹੈ, ਇੱਥੇ ਅਰਥ ਕੀਤੇ ਗਏ ਹੈ। ਔਰ ਅਸਨਾਈ ਦਾ ਜਿਹੜਾ ਡਿਕਸ਼ਨਰੀ ਮੀਨਿੰਗ ਹੈ, ਉਹਨੂੰ ਹੁਣ ਅਸੀਂ ਵਿਚਾਰਨਾ ਕਿ ਅਸਨਾਈ ਦਾ ਡਿਕਸ਼ਨਰੀ ਮੀਨਿੰਗ ਕੀ ਹੈ। ਉੱਥੋਂ ਸਾਡੇ ਸਾਹਮਣੇ ਇਹ ਜਿਹੜੇ ਅਰਥ ਨੇ ਉਹ ਹੋਰ ਡੂੰਘੇ ਚਲੇ ਜਾਣੇ ਨੇ। ਇੱਥੇ ਦੱਸਿਆ ਬਜ਼ੁਰਗੀ, ਤੇਰੀ ਸਭ ਅਸਨਾਈ, ਇਹ ਸਾਰੀ ਤੇਰੀ ਬਜ਼ੁਰਗੀ ਹੈ। ਅਸਨਾਈ ਦਾ ਜਿਹੜਾ ਡਿਕਸ਼ਨਰੀ ਮੀਨਿੰਗ ਹੈ ਉਹ ਹੈ ਦੋਸਤੀ, ਨੇੜਤਾ। ਇਹ ਚੀਜ਼ ਨੋਟ ਕਰਿਓ ਇਹ ਸ਼ਬਦ ਦੇ ਵਿੱਚ। ਜੋ ਕਿਛ ਹੋਆ ਸਭ ਕਿਛ ਤੁਝ ਤੇ, ਤੇਰੀ ਸਭ ਅਸਨਾਈ। ਹੁਣ ਗੁਣ ਗਾ ਗਾ ਕੇ, ਨਾਮ ਅਭਿਆਸ ਕਰ ਕਰਕੇ, ਨਾਮ ਜਪ ਜਪ ਕੇ, ਉਹਦੀ ਰਜ਼ਾ ਦੇ ਵਿੱਚ ਰਹਿ ਰਹਿ ਕੇ ਅਕਾਲ ਪੁਰਖ ਨਾਲ ਨੇੜਤਾ ਹੋ ਗਈ। ਇਹ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਦੁਨੀਆ 'ਚ ਆਪਾਂ ਰਹਿੰਦੇ, ਦੋ ਬੰਦੇ ਮਿਲਦੇ ਨੇ, ਉਹਨਾਂ ਦੀ ਇੱਕ ਦੂਜੇ ਦੇ ਨਾਲ ਨੇੜਤਾ ਵੱਧਦੀ ਹੈ, ਇੱਕ ਦੂਜੇ ਦੇ ਪਰਿਵਾਰ ਨੂੰ ਜਾਣਦੇ ਨੇ, ਘਰ ਆਉਣਾ ਜਾਣਾ ਵੱਧ ਜਾਂਦਾ ਹੈ, ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹਦੀ ਜਿਹੜੀ ਸੋਚ ਹੈ, ਇਹਦੀ ਜਿਹੜੀ ਬਹਿਣੀ ਉੱਠਣੀ ਹੈ ਉਹ ਮੇਰੇ ਵਰਗੀ ਹੋਈ ਹੈ, ਔਰ ਉਹਦੇ ਨਾਲ ਨੇੜਤਾ ਵੱਧ ਜਾਂਦੀ ਹੈ। ਹੁਣ ਗੁਣ ਗਾਉਂਦੇ ਗਾਉਂਦੇ ਉਹਦੀ ਰਜ਼ਾ ਵਿੱਚ ਆ ਗਏ। ਜੋ ਕਿਛ ਹੋਆ ਸਭ ਕਿਛ ਤੁਝ ਤੇ, ਤੇਰੀ ਸਭ ਅਸਨਾਈ। ਇਹ ਜੋ ਮੈਨੂੰ ਸਾਰਾ ਕੁਝ ਪਤਾ ਲੱਗਣਾ ਸ਼ੁਰੂ ਹੋਇਆ ਹੈ, ਇਹ ਗਿਆਨ ਆਉਣਾ ਸ਼ੁਰੂ ਹੋਇਆ, ਇਹ ਸਾਰੀ ਕਿਰਪਾ ਤੇਰੀ ਹੈ। ਔਰ ਇਹਦੇ 'ਚ ਜਿਹੜਾ ਵੱਡਾ ਸਹਿਯੋਗ ਹੈ ਉਹ ਤੇਰੀ ਨੇੜਤਾ ਦਾ ਹੈ, ਤੇਰੀ ਦੋਸਤੀ ਦਾ।
ਪਰ ਕੀ ਮੈਂ ਦੋਸਤ ਬਣ ਕੇ ਉਹਨੂੰ ਚੰਗੀ ਤਰ੍ਹਾਂ ਜਾਣ ਲਿਆ? ਕਹਿੰਦੇ ਨਹੀਂ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੇਰੇ ਮਾਲਕ, ਮੈਂ ਫੇਰ ਵੀ ਤੇਰਾ ਅੰਤ ਨਹੀਂ ਜਾਣ ਸਕਦਾ। ਤੂੰ ਮੇਰੇ ਨੇੜੇ ਵੀ ਹੋ ਗਿਆ, ਤੈਨੂੰ ਮੈਂ ਜਾਣ ਵੀ ਲਿਆ, ਪਰ ਤੇਰਾ ਜਿਹੜਾ ਅੰਤ ਹੈ ਉਹ ਨਹੀਂ ਮੈਂ ਪਾ ਸਕਦਾ। ਤੇ ਮੇਰੀ ਕੀ ਹੈਸੀਅਤ ਹੈ, ਮੈਂ ਕੀ ਅਕਲ ਆਪਣੀ ਦੱਸਾਂ? ਮੈਂ ਤੇ ਅੰਨਾ, ਮੈਨੂੰ ਤੇ ਕੋਈ ਗਿਆਨ ਹੀ ਨਹੀਂ, ਮੈਨੂੰ ਤੇ ਕੁਝ ਪਤਾ ਹੀ ਨਹੀਂ, ਮੈਂ ਅੰਧਲੇ ਕਿਆ ਚਤਰਾਈ। ਮੇਰੀ ਬੁੱਧੀ ਬਹੁਤ ਤੁੱਛ ਹੈ, ਮੈਨੂੰ ਕੋਈ ਸਿਆਣਪ ਨਹੀਂ ਹੈ, ਤੇ ਮੈਂ ਤੇਰੇ ਗੁਣਾਂ ਦਾ ਅੰਤ ਕਿਵੇਂ ਪਾ ਸਕਾਂ? ਕਿਵੇਂ ਪਾਵਾਂ ਅੰਤ? ਨਹੀਂ ਪਾਇਆ ਜਾ ਸਕਦਾ। ਨੰਬਰ 2 ਇੱਥੇ ਆ ਗਿਆ, ਮੁੜ ਕੇ ਰਹਾਓ ਤੇ ਆਓ। ਅਸੀਂ ਉਹਦੇ ਅੰਤ ਪਾਉਣ ਵਾਲੇ ਪਾਸੇ ਜਾਣਾ ਹੀ ਨਹੀਂ ਹੈ, ਅਸੀਂ ਉਹਦੀ ਰਜ਼ਾ ਦੇ ਵਿੱਚ ਆਉਣਾ। ਤੇਰੇ ਗੁਣ ਗਾਵਾਂ ਦੇ ਬਜਾਈ ਇਹੋ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਨਾਮ ਦੀ ਬਖਸ਼ਿਸ਼ ਕਰੋ, ਨਾਮ ਜਪੀਏ, ਆਪਣਾ ਜਨਮ ਸਫਲਾ ਕਰੀਏ। ਅੱਗੇ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਸਾਡਾ ਜਿਹੜਾ ਫਰਜ਼ ਹੈ ਉਹ ਕੇਵਲ ਤੇ ਕੇਵਲ ਨਾਮ ਜਪਣਾ ਹੈ, ਕੇਵਲ ਤੇ ਕੇਵਲ ਇੱਥੋਂ ਤੱਕ ਆਉਣਾ ਕਿ ਐਸ ਤਨ ਦੇ ਅੰਦਰ ਪ੍ਰਭੂ ਦੀ ਕੀਰਤੀ ਸ਼ੁਰੂ ਹੋ ਜੇ। ਕੀਰਤਨ, ਐਸ ਤਨ ਦੇ ਅੰਦਰ, ਐਸ ਸਰੀਰ ਦੇ ਅੰਦਰ ਅਕਾਲ ਪੁਰਖ ਦੀ ਸਿਫਤ ਸਲਾਹ ਸ਼ੁਰੂ ਹੋ ਜੇ। ਇਹ ਹੈ ਨਿਰਵਾਣ ਕੀਰਤਨ। ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਤਨ ਦੇ ਅੰਦਰ ਪ੍ਰਭੂ ਦੀ ਕੀਰਤੀ ਸ਼ੁਰੂ ਹੋਣ ਨੂੰ ਕੀਰਤਨ ਕਿਹਾ ਹੈ। ਬਾਕੀ ਗਾਉਣ ਵਜਾਉਣ ਨੂੰ ਕਿਤੇ ਵੀ ਕੀਰਤਨ ਨਹੀਂ ਕਿਹਾ। ਆਪਾਂ ਇੱਥੇ ਇਹ ਬੈਠਕਾਂ ਦੇ ਵਿੱਚ ਆਪਾਂ ਸਾਂਝ ਪਾ ਰਹੇ, ਵਿਚਾਰਾਂ ਦੀ ਸਾਂਝ ਪਾ ਰਹੇ ਹਾਂ, ਗੁਰਬਾਣੀ ਦੀ ਖੋਜ ਕਰ ਰਹੇ ਹਾਂ, ਔਰ ਸਾਰੇ ਹੀ ਵੈਲਕਮ ਨੇ। ਜੇ ਕਿਸੇ ਕੋਲ ਕੋਈ ਵੀ ਐਗਜ਼ਾਮਪਲ ਹੋਵੇ, ਸਾਰਿਆਂ ਦਾ ਸਵਾਗਤ ਹੈ। ਕੋਈ ਵੀ ਜੇ ਆਪਣੇ ਵੱਲੋਂ ਕੀਰਤਨ ਦੀ ਡੈਫੀਨੇਸ਼ਨ ਗੁਰਬਾਣੀ ਦੇ ਅਕੋਰਡਿੰਗਲੀ ਐਕਸਪਲੇਨ ਕਰਨਾ ਚਾਹੁੰਦਾ ਹੋਵੇ, ਮੈਨੂੰ ਜ਼ਰੂਰ ਕਰੇ। ਸਾਰਿਆਂ ਦੇ ਵਿਚਾਰਾਂ ਦਾ ਮੈਂ ਸਵਾਗਤ ਕਰਦਾ। ਜੀ ਆਇਆਂ ਸਾਰੇ। ਜੋ ਕੁਛ ਹੋਆ ਸਭ ਕੁਛ ਤੁਝ ਤੇ, ਤੇਰੀ ਸਭ ਸੁਣਾਈ। ਇਹ ਜੋ ਹੋ ਰਿਹਾ ਹੈ, ਜੋ ਪਤਾ ਲੱਗ ਰਿਹਾ ਹੈ, ਤੇਰੀ ਦੋਸਤੀ ਦੀ, ਤੇਰੀ ਨੇੜਤਾ ਦੀ ਕਿਰਪਾ ਹੈ। ਪਰ ਮੈਂ ਤੇ ਫਿਰ ਵੀ ਤੇਰਾ ਅੰਤ ਨਹੀਂ ਜਾਣ ਸਕਦਾ। ਮੈਂ ਅੰਨਾ, ਮੈਂ ਤੁੱਛ ਬੁੱਧੀ ਦਾ ਮਾਲਕ ਆ। ਮੈਂ ਕੀ ਚਤਰਾਈ ਕਰ ਸਕਦਾ? ਮੈਂ ਕੀ ਕਰ ਸਕਦਾ? ਮੈਂ ਹਾਂ ਇਹ ਕਰ ਸਕਦਾ, ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜ਼ਾਈ। ਮੈਂ ਨਾਮ ਹੀ ਜਪੀ ਜਾਵਾਂ, ਤੇਰੀ ਰਜ਼ਾ ਦੇ ਵਿੱਚ ਹੀ ਰਹਿਣਾ ਮੈਨੂੰ ਆ ਜਾਵੇ। ਹੋਰ ਅੱਗੇ ਚੱਲੀਏ ਜੀ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨ ਕਥਨਾ ਜਾਈ। ਇਹ ਗੱਲ ਸਾਰੀ ਗੁਣ ਗਾਉਣ ਦੀ ਹੋ ਰਹੀ ਹੈ। ਸੈਂਟਰਲ ਆਈਡੀਆ ਜਿਹੜਾ ਗੁਣ ਗਾਉਣ ਦਾ ਹੈ, ਸੈਂਟਰਲ ਆਈਡੀਆ ਸੂਝ-ਬੂਝ ਮੰਗ ਰਿਹਾ ਹੈ ਅਕਾਲ ਪੁਰਖ ਤੋਂ, ਦੇ ਬੁਝਾਈ। ਮੈਨੂੰ ਇਹ ਬੁੱਝਣ ਦਾ ਤਰੀਕਾ ਜਿਹੜਾ ਮੈਨੂੰ ਪਾਤਸ਼ਾਹ ਜੀ ਦੱਸੋ। ਪੜ੍ਹਨਾ ਵੱਖਰੀ ਗੱਲ ਹੈ, ਪਾਠ ਕਰਨਾ ਵੱਖਰੀ ਗੱਲ ਹੈ। ਦਾਤਾ ਜੀ ਕਹਿ ਰਹੇ ਹੈ, ਸਮਝੇ ਸੂਝੇ ਪੜ ਪੜ ਬੂਝੇ। ਸਮਝੇ ਸੂਝੇ ਪੜ ਪੜ ਬੂਝੇ। ਠੀਕ ਹੈ, ਬਾਣੀ ਨੂੰ ਪੜੋ, ਬਾਣੀ ਦੀ ਵਿਚਾਰ ਕਰੋ, ਨਾਟ ਐਜ਼ ਏ ਕਰਮ ਕਾਂਡ ਵੀ ਮੈਂ ਇੰਨੇ ਪਾਠ ਕਰਨੇ ਆ। ਬਾਣੀ ਨੂੰ ਸਮਝਣ ਵਾਸਤੇ ਆਪਾਂ ਪੜ੍ਹਨਾ।
ਔਰ ਬਾਣੀ ਦੇ ਵਿੱਚੋਂ ਫਿਰ ਆਪਾਂ ਭੇਤ ਜਾਣਨੇ ਨੇ। ਸਮਝੈ ਸੂਝੈ ਪੜ੍ਹ ਪੜ੍ਹ ਬੂਝੈ ਅੰਤ ਨਿਰੰਤਰੇ ਸਾਚਾ, ਅੰਤ ਨਿਰੰਤਰੇ ਸਿਆਰੀ ਸਾਚਾ। ਅਸੀਂ ਦੇਖੋ ਇੱਕ ਬਾਣੀ ਦੇ ਸਰੂਪ ਦੇ ਦਰਸ਼ਨ ਜ਼ਰੂਰ ਕਰਨੇ ਨੇ। ਸਿਆਰੀਆਂ, ਔਂਕੜ, ਇਹ ਦੋ ਵੱਡੀਆਂ ਚੀਜ਼ਾਂ ਨੇ ਸਾਡੇ ਸਾਹਮਣੇ, ਜਿਨ੍ਹਾਂ ਨੂੰ ਅਸੀਂ ਬੁਲਾਉਂਦੇ ਨਹੀਂ ਆ, ਜਿਨ੍ਹਾਂ ਨੂੰ ਅਸੀਂ ਸ਼ਾਮਲ ਨਹੀਂ ਕਰਦੇ ਆਪਣੇ ਪਾਠ ਦੇ ਵਿੱਚ। ਦੇਖੋ ਜਿਸ ਤਰ੍ਹਾਂ ਅੱਖਰ ਹੈ, ਨਾਰਮਲ ਜਿਹੜੇ ਅੱਖਰ ਗੁਰਬਾਣੀ 'ਚ ਨੇ, ਉਹਨਾਂ ਦੇ 3 ਸਰੂਪ ਆਉਂਦੇ ਨੇ ਸਾਰੀ ਗੁਰਬਾਣੀ 'ਚ, 3 ਸਰੂਪ। ਫਰਜ਼ ਕਰ ਲਓ ਅੱਖਰ ਹੈ ਜਪ, ਜੱਜਾ ਪੱਪਾ, ਦੈਟਸ ਇਟ, ਹੋਰ ਕੋਈ ਤੀਜੀ ਚੀਜ਼ ਨਹੀਂ ਹੈ, ਜਪ। ਇਹ ਜਿੰਨੀ ਵਾਰੀ ਵੀ ਵਰਤਿਆ ਹੋਏਗਾ, ਇਹ ਕਰਮ ਕਾਂਡਾਂ ਵਾਲੇ ਪਾਸੇ ਵਰਤਿਆ ਹੋਏਗਾ। ਦੂਸਰਾ ਅੱਖਰ ਹੈ ਜੱਜਾ ਪੱਪਾ, ਪੱਪੇ ਨੂੰ ਔਂਕੜ, ਇਹ ਹੈ ਹੁਕਮ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ, 2 ਡੰਡੀਆਂ ਇੱਧਰ, 2 ਡੰਡੀਆਂ ਦੂਜੇ ਪਾਸੇ, ਵਿੱਚ ਅੱਖਰ ਲਿਖਿਆ ਜੱਜਾ ਪੱਪਾ, ਪੱਪੇ ਨੂੰ ਔਂਕੜ, ਜਪ। ਇਹ ਕੇਵਲ ਬਾਣੀ ਦਾ ਟਾਈਟਲ ਨਹੀਂ ਹੈ, ਜਿਹੜੀ ਪਹਿਲੇ ਆਪਾਂ ਜਿਹਨੂੰ ਕਹਿ ਦਿੰਦੇ ਜਪਜੀ ਸਾਹਿਬ, ਇਹ ਬਾਣੀ ਦਾ ਟਾਈਟਲ ਨਹੀਂ ਹੈ, ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਹੈਡਿੰਗ ਹੈ। ਇਸ ਹੈਡਿੰਗ ਦੇ ਥੱਲੇ ਜਿੰਨਾ ਵੀ ਗਿਆਨ, ਜਿੰਨੀ ਵੀ ਗੁਰਬਾਣੀ ਆ ਰਹੀ ਹੈ, ਉਹ ਸਾਨੂੰ ਜਪ ਕਰਨ ਵਾਲੇ ਪਾਸੇ ਲਾਏਗੀ, ਕੋਈ ਨਾ ਕੋਈ ਸ਼ਬਦ ਸਾਨੂੰ ਜਪਣ ਵਾਲੇ ਪਾਸੇ ਲਾਏਗੀ। ਇਹ ਹੈਡਿੰਗ ਦਾ ਇਹ ਮੀਨਿੰਗ ਹੈ, ਜੱਜਾ ਪੱਪਾ, ਪੱਪੇ ਨੂੰ ਔਂਕੜ, ਇਹ ਹੁਕਮ ਹੈ, ਇੱਕੋ ਨਾਮ ਹੁਕਮ ਹੈ। ਸੋ ਇਹ ਅਸੀਂ ਐਜੂਕੇਸ਼ਨ ਲੈਣੀ ਸੀ। ਇਹ ਐਜੂਕੇਸ਼ਨ ਨਾ ਲੈ ਕੇ ਅਸੀਂ ਹੋਰ ਹੀ ਪਾਸੇ ਨੂੰ ਜਿਹੜਾ ਡਾਇਰੈਕਸ਼ਨ ਇਹਨੂੰ ਦੇ ਦਿੱਤੀ। ਸੋ ਤੀਸਰਾ ਜਿਹੜਾ ਸਰੂਪ ਆਏਗਾ, ਉਹ ਆਏਗਾ ਜੱਜਾ ਪੱਪਾ ਤੇ ਪੱਪੇ ਨੂੰ ਸਿਹਾਰੀ। ਵੀ ਇਹ ਨਾਮ ਜਪ ਕੇ ਹੋਣਾ ਕੀ ਹੈ, ਜਪੇ ਪੱਪੇ ਨੂੰ ਸਿਹਾਰੀ। ਹੁਣ ਜੇ ਤੁਸੀਂ ਜ਼ੁਬਾਨੀ ਪਾਠ ਕਰੋਗੇ ਜਾਂ ਸਿਰਫ ਸਰਵਣ ਕਰੋਗੇ, ਇਹ ਤੁਹਾਨੂੰ 3 ਅੱਖਰਾਂ ਦੇ ਸਰੂਪ ਨਹੀਂ ਸਮਝ ਆਏਗੀ, ਪਤਾ ਹੀ ਨਹੀਂ ਲੱਗੇਗਾ। ਸਾਰੇ ਸ਼ਬਦ ਮੈਂ ਇੱਥੇ ਸਕਰੀਨ ਤੇ ਖਿਮਾ ਮੰਗਦਾ, ਮੈਂ ਖੋਲ ਨਹੀਂ ਸਕਦਾ, ਮੈਂ ਕਿਉਂਕਿ ਫਿਰ ਧਿਆਨ ਜਿਹੜਾ ਉਹ ਖਿੰਡ ਜਾਂਦਾ। ਮੈਂ ਬਿਲਕੁਲ ਐਨ ਮਸਤ ਹੋ ਕੇ ਆਪਣਾ ਇਹ ਵਿਚਾਰ ਸ਼ਬਦ ਦੀ ਕਰਦਾ ਕਿ ਆਪਣਾ ਜਿਹੜਾ ਧਿਆਨ ਹੈ ਉਹ ਕਿਸੇ ਵੀ ਕਥਾ ਕਹਾਣੀ ਵਾਲੇ ਪਾਸੇ ਨਾ ਜਾਵੇ, ਉਹ ਕੇਵਲ ਸ਼ਬਦ ਦੇ ਵਿੱਚ, ਜਿਹੜੇ ਇਹ ਸ਼ਬਦ ਨੇ ਗੁਰੂ ਦੇ ਗਿਆਨ ਦੇ ਸ਼ਬਦ ਨੇ, ਇਹਨਾਂ ਦੇ ਵਿੱਚ ਰਵੇ ਔਰ ਸ਼ਬਦ ਦੇ ਅਕੋਰਡਿੰਗਲੀ ਹੀ ਅਸੀਂ ਆਪਣੀ ਵਿਚਾਰ ਚਲਾਈਏ। ਹੁਣ ਸ਼ਬਦ ਆਉਂਦਾ ਸਾਡੇ ਕੋਲ, ਹਰ ਬਿਨ ਅਵਰ ਕਿਰਿਆ ਬਿਰਥੇ, ਹਰ ਬਿਨ ਅਵਰ ਕਿਰਿਆ ਬਿਰਥੇ। ਇਹ ਬਿਲਕੁਲ ਹੂਬਹੂ ਜਿਹੜਾ ਸਰੂਪ ਹੈ ਉਹੀ ਹੈ, ਜਪੋ ਤਾਂ ਇੱਕੋ ਨਾਮਾ, ਅਵਰ ਨਿਰਾ ਫਲ ਕਾਮਾ। ਹਰ ਬਿਨ ਅਵਰ ਕਿਰਿਆ ਬਿਰਥੇ, ਵੀ ਨਾਮ ਜਪਣ ਤੋਂ ਬਿਨਾ ਸਾਰੇ ਕੰਮ ਵਿਅਰਥ ਨੇ। ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਹੁਣ ਇਸ ਤੁਕ ਦੇ ਅੱਗੇ ਲਿਖਿਆ ਹਰ ਬਿਨ ਅਵਰ ਕਿਰਿਆ ਬਿਰਥੇ, ਉਹਦੇ ਅੱਗੇ ਲਿਖਿਆ ਹੈ ਜਪ ਤਪ ਸੰਜਮ ਕਰਮ ਕਮਾਣੇ, ਇਹ ਓਰੈ ਮੂਸੇ। ਇਹ ਤੇ ਸਾਰੇ ਇੱਥੇ ਰਹਿ ਜਾਣੇ। ਹੁਣ ਜੇਕਰ ਅਸੀਂ ਸਪੈਲਿੰਗ ਦੇ ਧਿਆਨ ਨਾ ਦਿੱਤੇ, ਇੱਥੇ ਜਿਹੜੇ ਸਪੈਲਿੰਗ ਚੱਲਦੇ ਹੈ ਉਹ, ਇੱਕ ਸੈਕਿੰਡ, ਮੈਂ ਇਹ ਸ਼ਬਦ ਸ਼ੇਅਰ ਕਰਨਾ ਜ਼ਰੂਰੀ ਹੈ, ਮੈਂ ਇਹ ਸ਼ਬਦ ਸਕਰੀਨ ਤੇ ਸ਼ੇਅਰ ਕਰਦਾ।
ਹਰ ਬਿਨ ਅਵਰ ਕਿਰਿਆ ਬਿਰਥੀ। ਕਿਉਂਕਿ ਇਸ ਪੱਖੋਂ ਅਸੀਂ ਬਹੁਤ ਅਵੇਸਲੇ ਰਹੇ ਕਿ ਅਸੀਂ ਗੁਰਬਾਣੀ ਨੂੰ ਟਾਈਮ ਦੇਈਏ। ਗੁਰਬਾਣੀ ਨੂੰ ਸਮਾਂ ਦੇਣਾ ਪੈਣਾ ਹੈ। ਇੱਕ ਸ਼ਬਦ ਹੀ ਵਿਚਾਰ ਲਓ ਐਵਰੀ ਡੇ। ਆਪਾਂ ਹਫਤੇ ਦੇ ਬਾਅਦ ਇੱਕ ਸ਼ਬਦ ਵਿਚਾਰਦੇ ਹਾਂ, ਉਹਨੂੰ ਧਿਆਨ ਨਾਲ ਪੜ੍ਹ ਕੇ ਉਹਨੂੰ ਆਪਣਾ ਬੇਸ ਬਣਾ ਕੇ ਚੀਜ਼ਾਂ ਨੂੰ ਸਿੱਖ ਕੇ ਆਪਾਂ ਅੱਗੇ ਚੱਲ ਸਕਦੇ ਹਾਂ। ਆਪਣਾ ਸਾਰੇ 5-6 ਦਿਨ ਸਾਡੇ ਕੋਲ ਨੇ, ਅਸੀਂ ਇੱਕ ਦੋ ਸ਼ਬਦ ਹੋਰ ਘਰ ਬੈਠੇ ਵਿਚਾਰ ਸਕਦੇ ਹਾਂ। ਆ ਦੇਖੋ, ਹਰ ਬਿਨ ਅਵਰ ਕਿਰਿਆ ਬਿਰਥੇ। ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਹੋਰ ਸਾਰੇ ਮਿੱਥੇ ਹੋਏ ਧਾਰਮਿਕ ਕੰਮ ਵਿਅਰਥ ਨੇ। ਬੜੇ ਸੋਹਣੇ ਅਰਥ ਕੀਤੇ ਨੇ ਇੱਕ ਲਾਈਨ ਦੇ ਵਿੱਚ। ਕਹਿੰਦੇ ਜਪ ਤਪ ਸੰਜਮ ਕਰਮ ਕਮਾਣੇ। ਹੁਣ ਇਹ ਵੀ ਜਪ ਹੈ। ਜਪ ਇਹ ਸੁਣਨ ਤੇ ਸਾਨੂੰ ਉਹੋ ਜਿਹਾ ਮਹਿਸੂਸ ਹੋਣਾ ਵੀ ਜਪ ਹੈ, ਤਪ ਸੰਜਮ, ਪਰ ਇਹ ਹਾਈਲਾਈਟਡ ਨਹੀਂ ਹੈ। ਇਹ ਸਾਰੀ ਗੁਰਬਾਣੀ ਦਾ ਅਸੂਲ ਹੈ। ਜਿਹੜੇ 3 ਸਪੈਲਿੰਗ ਚੱਲਦੇ ਨੇ, ਜਿਹੜਾ ਜੱਜਾ ਪੱਪਾ ਅੱਖਰ ਹੈ, ਫਰਜ਼ ਕਰ ਲਓ, ਇਹ ਰਿਜੈਕਸ਼ਨ ਹੈ। ਅਸੀਂ ਐਸ ਜਪ ਨੂੰ ਅਡਾਪਟ ਨਹੀਂ ਕਰਨਾ। ਸਮਝੇ ਸੂਝੇ ਪੜ ਪੜ ਬੁੱਝੇ, ਉਹ ਪੜ ਪੜ ਕੇ ਬੁੱਝਣਾ। ਅਸੀਂ ਆਲੇ ਜਪ ਨੂੰ ਅਸੀਂ ਅਡਾਪਟ ਨਹੀਂ ਕਰਨਾ। ਇਹ ਜਪ ਹੈ, ਜਪ ਕਰਨੇ, ਕਰਮਕਾਂਡ ਗਿਣ ਗਿਣ ਕੇ ਪਾਠ ਕਰਨੇ, ਪਾਣੀ 'ਚ ਖੜੇ ਹੋ ਕੇ ਸਰੋਵਰ ਦੇ ਵਿੱਚ ਪਾਠ ਕਰਨੇ। ਇੰਨੇ ਮੈਂ ਮੰਤਰ ਜਪੂਗਾ ਤੇ ਮੇਰਾ ਆ ਹੋ ਜਾਊਗਾ। ਤਪ ਸਾਧਣੇ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਲਈ ਹੱਠ ਯੋਗ ਦੇ ਸਾਧਨ ਕਰਨੇ, ਕਰਮਕਾਂਡ ਹੈ। ਕਹਿੰਦੇ ਇਹ ਓਰੈ ਮੂਸੇ। ਇਹ ਕਹਿੰਦੇ ਸਭ ਤੇਰੇ ਇੱਥੇ ਰਹਿ ਜਾਣੇ ਆ, ਤੇ ਗੱਲ ਵੀ ਨਹੀਂ ਕਰਨੀ ਉਹਨਾਂ ਨੇ ਦਰਗਾਹ 'ਚ ਤੇਰੇ ਨਾਲ ਇਹਨਾਂ ਦੇ ਬਾਰੇ। ਇਹ ਕਰਮਕਾਂਡਾਂ ਦੇ ਬਾਰੇ ਕਹਿੰਦੇ ਇੱਥੇ ਰੱਖ ਲੈਣਾ। ਕਹਿੰਦੇ ਛੱਡ, ਇੱਥੇ ਰੱਖ ਕੇ ਜਾ ਸਾਰਾ ਕੁਝ। ਆਪਾਂ ਕਹਿੰਦੇ ਨਹੀਂ ਜਿੱਦਾਂ ਕੋਈ ਅਸੂਲ ਬਣਿਆ ਹੋਵੇ ਵੀ ਆਪਣਾ ਇਹ ਆ ਫਲਾਣੀ ਬਿਲਡਿੰਗ ਹੈ, ਇੱਥੇ ਅੰਦਰ ਤੁਸੀਂ ਆਹ ਸਮਾਨ ਆਪਣਾ ਨਹੀਂ ਲੈ ਕੇ ਜਾ ਸਕਦੇ, ਬਾਹਰ ਉਹਨਾਂ ਨੇ ਜਗ੍ਹਾ ਬਣਾਈ, ਉੱਥੇ ਰੱਖ ਕੇ ਜਾਓ। ਏਦਾਂ ਉਹਨਾਂ ਨੇ ਕਹਿਣਾ ਵੀ ਆ ਕਰਮ। ਕਹਿੰਦੇ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨਿਆ। ਭਜਨ ਹੈਗਾ ਅੰਦਰ ਆ, ਨਹੀਂ ਤੇ ਇੱਥੋਂ ਹੀ ਆਪਣੀ ਡੰਡੀ ਕਟਾ ਕੇ ਜਿਹੜਾ ਰਾਹ ਦੂਜਾ ਤੇਰੇ ਲਈ ਮਿੱਥਿਆ ਉਧਰ ਨੂੰ ਚੱਲਦਾ ਹੋ। ਆ ਭੇਦ ਅਸੀਂ ਕੱਢਣੇ, ਅਸੀਂ ਟਾਈਮ ਲਾ ਕੇ ਗੁਰਬਾਣੀ ਦੇ। ਸਾਨੂੰ ਤੇ ਸਮਾਂ ਹੀ ਨਹੀਂ ਲੱਗਾ ਇਹਨਾਂ। ਅਸੀਂ ਤੇ ਹੋਰ ਹੀ ਚੱਕਰਾਂ, ਪ੍ਰਾਪਰਟੀਆਂ ਬਣਾ ਲਓ, ਰਿਸ਼ਤੇਦਾਰਾਂ ਦੀ ਆਓ ਭਗਤ ਕਰ ਲਓ। ਲੰਗਰ ਜਿਹੜੇ 2-2 ਆਈਟਮ 3-3 ਆਈਟਮ ਹੁੰਦੇ ਸੀ, ਦਾਲ ਪ੍ਰਸ਼ਾਦਾ, ਚਲੋ ਵੱਧ ਤੋਂ ਵੱਧ ਕੋਈ ਖਾਸ ਦਿਨ ਆ ਖੀਰ ਬਣ ਜਾਂਦੀ ਸੀ, ਉਹ 8-8 ਆਈਟਮਸ ਕਰ ਦਿੱਤੇ। ਮੈਂ ਖੁਦ ਸੁਣਿਆ ਗੁਰਦੁਆਰੇ, ਮੈਂ ਝੂਠ ਨਹੀਂ ਮਾਰਦਾ, ਝੂਠ ਦੀ ਗੱਲ ਨਹੀਂ ਹੈ। ਹੋਰ ਵੀ ਕਈ ਜਿਹੜੇ ਸਾਡੇ ਜਾਣੂ ਨੇ ਇਸ ਗੱਲ ਨੂੰ ਜਾਣਦੇ ਨੇ। ਮੈਂ ਖੁਦ ਸੁਣਿਆ ਗੁਰਦੁਆਰੇ, ਕਿਉਂਕਿ ਅਸੀਂ ਸ਼ੁਰੂ ਤੋਂ ਇਹੀ ਅਸੂਲ ਰੱਖਿਆ, ਸਾਦੇ ਲੰਗਰ। ਅਸੀਂ ਗੁਰਦੁਆਰੇ 'ਚ ਵੀ ਜਦੋਂ ਕੀਰਤਨ ਕਰਦੇ ਸੀ ਉਦੋਂ ਕਹੀਦਾ ਸੀ ਵੀ ਭਾਈ ਲੰਗਰ ਜਿਹੜੇ ਆ ਸਾਦੇ ਕਰੋ, ਰਲ ਕੇ ਕਰ ਲਓ। ਜੇ ਜ਼ਿਆਦਾ ਕਿਸੇ ਨੂੰ ਲੱਗਦਾ 3 ਪਰਿਵਾਰ ਰਲ ਜਾਓ, 4 ਰਲ ਜਾਓ, ਪਰ ਸਾਦਾ ਕਰੋ। ਜਿੰਨਾ ਕੁ ਅਫੋਰਡ ਕਰ ਸਕਦੇ ਆ ਆਪਣੀ ਕਿਰਤ ਕਮਾਈ 'ਚੋਂ ਓਨਾ ਕੁ ਕਰੋ। ਉਹ ਇੱਕ ਵਾਰੀ ਸੰਗਤ ਨੇ ਕਹਿਣਾ ਮੰਨ ਲਿਆ, ਬੜੇ ਚੰਗੇ, ਕਹਿੰਦੇ ਜੀ ਦਾਲ ਪ੍ਰਸ਼ਾਦਾ ਹੋਣਾ ਚਾਹੀਦਾ। ਠੀਕ ਹੈ, ਉਹ ਦਾਲ ਪ੍ਰਸ਼ਾਦਾ ਕਰ ਲਿਆ ਉਹਨਾਂ ਨੇ। ਉਹ ਕੋਈ ਬਾਹਰੋਂ ਛਕਣ ਵਾਸਤੇ ਆਏ, ਉਹ ਉਹਨਾਂ ਨੂੰ ਖੁਦ ਸੁਣ ਕਹਿੰਦੇ ਅੱਜ ਕਿਸੇ ਗਰੀਬ ਦਾ ਲੰਗਰ ਲੱਗਦਾ ਗੁਰਦੁਆਰੇ। ਉਹ ਆ ਕੋਈ ਗੱਲ ਹੈ? ਇਹ ਕੋਈ ਸਿੱਖੀ ਹੈ? ਇਹੋ ਜਿਹੀ ਸਿੱਖੀ ਕਮਾ ਕੇ ਕਿੱਥੇ ਪਹੁੰਚਣਾ ਸੀ, ਕਿੱਧਰ ਨੂੰ ਜਾਣਾ ਸੀ? ਸਿੱਖ ਦਾ ਮਤਲਬ ਹੀ ਲਰਨਰ ਹੈ, ਸਿੱਖਿਆਰਥੀ ਹੈ, ਸਟੂਡੈਂਟ ਹੈ, ਵਿਦਿਆਰਥੀ ਹੈ। ਆ ਹੁਣ ਫਰਕ ਤੁਹਾਨੂੰ ਜ਼ਰੂਰ ਪਤਾ ਲੱਗੇਗਾ। ਇੱਥੇ ਦਰਸ਼ਨ ਕਰੋ, ਜਪ ਤਪ ਸੰਜਮ ਕਰਮ ਕਮਾਣੇ, ਇਹ ਕਰਮ ਕਾਂਡ ਹੈ। ਇਹੋ ਜਿਹੇ ਜਪ ਕਰਨੇ, ਇਹੋ ਜਿਹੇ ਤਪ ਕਰਨੇ, ਗਿਣੀਆਂ ਮਿੱਥੀਆਂ ਬਾਣੀਆਂ ਪੜ੍ਹਨੀਆਂ। ਸੰਜਮ ਦਾ ਮਤਲਬ ਹੈ, ਡਿਕਸ਼ਨਰੀ ਮੀਨਿੰਗ ਸੰਜਮ ਦਾ ਹੈ ਰਹਿਤ ਮਰਿਆਦਾ, ਕਿਸੇ ਖਾਸ ਅਸੂਲਾਂ ਦੇ ਵਿੱਚ ਰਹਿਣਾ, ਸੰਜਮ ਦੇ ਨਾਲ ਰਹਿਣਾ।
कि मैं जी आ नहीं खाना, मैं 2 प्रसादे ही छकने हैं, मैं इन्ना ही काम करना है, मैं दिहाड़ी च 5 पाठ करने ही करने हैं, भावें औखे हो के करो। ਉਹ ਅਸੀਂ ਖੁਦ ਦੇਖਿਆ ਉੱਥੇ ਪਟਿਆਲੇ ਬੀਬੀਆਂ ਸਕੂਟਰਾਂ ਦੇ ਪਿੱਛੇ ਬੈਠੀਆਂ, ਇੰਨਾ ਰਿਸਕ ਦੇਖੋ ਹੈਲਥ ਦਾ, ਸਕੂਟਰਾਂ ਦੇ ਪਿੱਛੇ ਗੁਟਕਾ ਖੋਲ ਕੇ ਬੈਠੀਆਂ, ਅਸੀਂ ਆਪ ਦੇਖੀਆਂ ਨੇ। ਸਾਡੇ ਆਪਣੇ ਪਰਿਵਾਰਾਂ ਚੋਂ, ਸਾਡੇ ਆਪਣੇ ਜਾਣਕਾਰ ਜਾਣੂ ਸਰਕਲ ਦੇ ਵਿੱਚ, ਉਹਨਾਂ ਨੂੰ ਕਹਿੰਦੇ ਭਾਈ ਸਾਹਿਬ ਜੀ ਪਾਠ ਕਰਨਾ। ਅਸੀਂ ਤਾਂ ਸੋਚਿਆ ਦਿਹਾੜੀ 'ਚ 5 ਪਾਠ ਕਰਨੇ ਆ, ਅਸੀਂ ਫਿਰ ਉਹ ਜਾਂਦੇ ਜਾਂਦੇ ਆਪਣਾ ਸਮਾਂ ਆਪਣਾ ਉਹਨੂੰ ਜ਼ਾਇਆ ਨਹੀਂ ਜਾਣ ਦਿੰਦੇ। ਕਮਾਲ ਹੋ ਗਈ। ਇਹ ਬਾਣੀ ਦੇ ਭੇਦ ਲੈਣੇ ਸ਼ੁਰੂ ਕਰੋ ਸੰਗਤ ਜੀਓ। ਇਹ ਪਤਾ ਨਹੀਂ ਸਮਾਂ ਆਪਾਂ ਕਿੰਨੀ ਕੁ ਸਾਂਝ ਪਾ ਸਕਣੀ ਹੈ, ਕਿੰਨੇ ਕੁ ਨਹੀਂ, ਪਰ ਆ ਭੇਦ ਜ਼ਰੂਰ ਆਪਣਾ। ਮੇਰੀ ਇਹੋ ਤਾਕੀਦ ਹੈ, ਬੇਨਤੀ ਹੈ ਕਿ ਬਾਣੀ ਨੂੰ ਸਮਾਂ ਦਿਓ, ਬਾਣੀ ਨੂੰ ਟਾਈਮ ਦੇਣਾ ਸ਼ੁਰੂ ਕਰੋ, ਤਾਂ ਆਪਾਂ ਕਿਸੇ ਨਤੀਜੇ ਤੇ ਪਹੁੰਚਾਂਗੇ, ਤਾਂ ਆਪਾਂ ਸਿੱਖ ਮੰਨੇ ਜਾਵਾਂਗੇ ਦਰਗਾਹ ਤੇ। ਬਾਕੀ ਆ ਕੰਮਾਂ ਦੀ ਕੋਈ ਗਿਣਤੀ ਨਹੀਂ ਹੈ, ਇਹਨਾਂ ਨੂੰ ਇਹ ਸਭ ਉਹਨਾਂ ਰੱਖ ਲੈਣੇ ਪਰੇ। ਕਹਿੰਦੇ ਗੋਬਿੰਦ ਭਜਨ ਮੈਂ ਤਿਲ ਨਹੀਂ ਮੰਨਣਾ, ਕਹਿੰਦੇ ਰੱਖ ਇੱਥੇ ਭਜਨ ਹੈਗਾ ਤੇ ਅੰਦਰ ਆ, ਦਰਗਾਹ ਚ ਆ, ਨਹੀਂ ਹੈ ਤੇ ਡੰਡੀ ਕਟਾ, ਖਤਮ ਕਹਾਣੀ। ਅਸੂਲ ਗੁਰੂ ਘਰ ਦੇ 5ਵੇਂ ਪਾਤਸ਼ਾਹ ਨੇ ਸਾਰੇ ਸੁਖਮਨੀ ਬਾਣੀ ਦੇ ਵਿੱਚ ਬੜੇ ਬੜੇ ਸੋਹਣੇ ਸਾਨੂੰ ਅਸੂਲ ਬਣਾ ਕੇ ਦਿੱਤੇ। ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗ ਰਾਜੈ। ਇੰਨੇ ਅਸੂਲ ਸਾਨੂੰ ਬੰਨ ਕੇ ਦਿੱਤੇ, ਔਰ ਉਹਨਾਂ ਨੂੰ ਅਸੀਂ ਗਿਣਤੀਆਂ ਦੇ ਪਾਠ ਬਣਾ ਦਿੱਤਾ ਵੀ ਇੰਨਾ ਕਰਕੇ ਅਸੀਂ ਗਾਂਹ ਜਾਈਏ ਜੀ, ਬਸ ਖਤਮ ਕਹਾਣੀ, ਫਾਰਮੈਲਿਟੀ ਪੂਰੀ ਕਰ ਦਿੱਤੀ। ਗੁਰਦੁਆਰਿਆਂ 'ਚ ਵੀ ਅਸੀਂ ਜਾਂਦੇ ਹਾਂ, ਉੱਥੇ ਆਪਣੇ ਮਤਲਬ ਨੂੰ ਜਾਂਦੇ ਹਾਂ। ਅਸੀਂ ਅਰਦਾਸ ਕਰੋਨੇ ਆ, ਮੇਰਾ ਕੰਮ ਵਧਾਓ, ਮੈਨੂੰ ਜੌਬ ਦਿਵਾਓ, ਜੌਬ ਮਿਲ ਗਈ ਹੈ, ਕੋਈ ਹੋਰ ਗਾਂਹ ਅੱਗੇ ਕੋਈ ਚੰਗਾ ਪਰਿਵਾਰ ਦਾ ਸੰਯੋਗ ਮਿਲਾਓ, ਆ ਚੀਜ਼ਾਂ ਨੇ ਬਸ। ਸੋ ਇਹਨਾਂ ਵਿਚਾਰਾਂ ਤੋਂ ਅਸੀਂ ਉੱਪਰ ਉੱਠਣਾ ਹੈ, ਇਹਨਾਂ ਵਿਚਾਰਾਂ ਤੋਂ ਅਸੀਂ ਉੱਪਰ ਉੱਠਣਾ ਹੈ। ਕੀ ਅਰਦਾਸਾਂ ਕਰਨੀਆਂ ਸੀ? ਕੇਵਲ ਤੇ ਕੇਵਲ ਅਕਾਲ ਪੁਰਖ ਦੇ ਪਾਸੋਂ ਨਾਮ ਜਪਣ ਦੀ ਬੇਨਤੀ ਕਰਨੀ ਹੈ। ਪਾਤਸ਼ਾਹ ਨਾਮ ਜਪਾਓ, ਗੁਣ ਗਾਵਾਓ, ਗੁਣ ਕਹੋ ਹਰ ਲਹੋ, ਕਰ ਸੇਵਾ ਸਤਗੁਰ। ਇਹਨੂੰ ਹੀ ਸਭ ਤੋਂ ਵੱਡੀ ਸੇਵਾ ਕਿਹਾ ਹੈ, ਗੁਣ ਕਹੋ ਹਰ ਲਹੋ, ਕਰ ਸੇਵਾ ਸਤਗੁਰ। ਇਹ ਇੰਨੀ ਵਡਮੁੱਲੀ ਐਜੂਕੇਸ਼ਨ ਹੈ ਬਈ, ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਗੱਲ ਨਹੀਂ ਕਰਨੀ ਚਾਹੁੰਦਾ ਕਿ ਹੋਰਨਾਂ ਧਰਮਾਂ ਦਾ ਜਿਹੜਾ ਜ਼ੋਰ ਹੈ ਉਹ ਇਸ ਗੁਰੂ ਨਾਨਕ ਪਾਤਸ਼ਾਹ ਦੀ ਐਜੂਕੇਸ਼ਨ ਨੂੰ ਮਲੀਆ ਮੇਟ ਕਰਨ ਤੇ ਲੱਗਿਆ ਹੋਇਆ। ਉਹਨਾਂ ਨੂੰ ਇੰਨੀ ਚਿੰਤਾ ਹੈ ਇਸ ਐਜੂਕੇਸ਼ਨ ਦੀ, ਐਨੇ ਉੱਚ ਹੱਦੀ ਗੁਰੂ ਨਾਨਕ ਦੇ ਵੈਣ ਨੇ, ਔਰ ਉਹਨਾਂ ਨੂੰ ਖਤਰਾ ਹੈ ਇਸ ਗਿਆਨ ਤੋਂ। ਇਹ ਚੀਜ਼ਾਂ ਆਪਾਂ ਅੱਗੇ ਜਾ ਕੇ ਜ਼ਰੂਰ ਵਿਚਾਰਾਂਗੇ। ਬਾਦਸ਼ਾਹ ਬਖਸ਼ਿਸ਼ ਕਰਨ। ਜੋ ਤੁਧ ਭਾਵੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਮੈਂ ਕੀ ਉਸ ਬੇਅੰਤ ਕਰਤੇ ਪੁਰਖ ਦੇ ਗੁਣ, ਉਹਦੀ ਵਡਿਆਈ ਮੈਂ ਕੱਥ ਸਕਦਾ? ਕੀ ਮੈਂ ਉਹਨੂੰ ਕਥਾਂ? ਕਿਆ ਹੂੰ ਕਥੀ ਕਥੇ, ਕਾਥੇ ਦੇਖਾਂ ਸਿਹਾਰੀ ਥੱਥੇ ਨੂੰ। ਕੀ ਮੈਂ ਕਰਾਂ ਉਹਨੂੰ? ਕੀ ਮੈਂ ਉਹਦੀ ਵਡਿਆਈ ਕਰਾਂ? ਮੈਂ ਅਕਥ ਨਾ ਕਥ ਨਾ ਜਾਈ। ਉਹ ਅਕਥ ਕਥਾ ਨੂੰ ਮੇਰੀ ਇੰਨੀ ਚਤਰਾਈ ਨਹੀਂ ਹੈ, ਇੰਨੀ ਸੂਝ-ਬੂਝ ਨਹੀਂ ਹੈ ਕਿ ਮੈਂ ਉਹਨੂੰ ਬਿਆਨ ਕਰ ਸਕਾਂ। ਉਸ ਕਰਤੇ ਪੁਰਖ ਦਾ ਸਰੂਪ
मैं बयान कर सकां, मैं उहदी वडियाई कर सकां, मेरी इन्नी हैसियत नहीं। फिर कहंदे जो तुध भावै सोई आखां, पर तैनूं जो तैनूं चंगा लगदा मैं ਉਹ ਕਹੂੰਗਾ ਜ਼ਰੂਰ। ਤੇਰੀ ਰਜ਼ਾ ਦੇ ਵਿੱਚ ਆ ਕੇ, ਤੇਰੇ ਹੁਕਮ ਦੇ ਨਾਲ ਔਰ ਤੇਰੀ ਆਗਿਆ ਦੇ ਨਾਲ, ਤੇਰੀ ਬਖਸ਼ਿਸ਼ ਦੇ ਨਾਲ, ਤੇਰੀ ਕਿਰਪਾ ਦੇ ਨਾਲ, ਤੇਰੀ ਦਇਆ ਦੇ ਨਾਲ ਜੋ ਤੈਨੂੰ ਭਾਉਂਦਾ ਹੈ, ਉਹ ਮੈਂ ਜ਼ਰੂਰ ਆਖਾਂਗਾ, ਉਹ ਮੈਂ ਜ਼ਰੂਰ ਆਖਦਾ ਹਾਂ। ਉਹ ਕੀ ਹੈ? ਜੋ ਤੁਧ ਭਾਵੈ ਸੋਈ ਆਖਾਂ। ਵਾਹਿਗੁਰੂ, 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 ਵਾਹਿਗੁਰੂ। ਉਹ ਹੈ ਤੁਧ ਭਾਵੈ तेरी बंदगी, तू गुणी गहीरा, तू ठाकुर, तू साहिबो, तू है मेरा मीरा। मीरा, मीरा दा लफज इत्थे आ रहा। मीरा दा मतलब है पातशाह, दीन दुनी दा मालिक। तुध भावै तेरी बंदगी, तू गुणी गहीरा। ਉਹਨੂੰ ਬੰਦਗੀ ਕਰਨ ਵਾਲੇ ਗੁਰਮੁਖ ਕੇਵਲ ਚੰਗੇ ਲੱਗਦੇ ਆ। ਉਹਨੂੰ ਬੰਦਗੀ ਕਰਨ ਵਾਲੇ ਇਨਸਾਨ ਚੰਗੇ ਲੱਗਦੇ ਆ। ਉਹਨੂੰ ਬੰਦਗੀ ਕਰਨ ਵਾਲੇ ਬੰਦੇ ਚੰਗੇ ਲੱਗਦੇ ਆ। ਉਹਨਾਂ ਲਈ ਫਿਰ ਉਹ ਅਕਾਲ ਪੁਰਖ ਆਪਣੀ ਬਖਸ਼ਿਸ਼ਾਂ ਦੇ ਕਿਰਪਾ ਦੇ ਰਾਹ ਖੋਲ ਦਿੰਦਾ। ਪੂਰਾ ਤਾਣ ਲਾ ਕੇ ਉਹਨਾਂ ਤੇ ਨਿਗਾਹ ਰੱਖਦਾ ਕਿ ਮੇਰਾ ਸੇਵਕ ਇਹ ਕਿਤੇ ਵਿਗੜ ਨਾ ਜਾਏ। ਉਹਨਾਂ ਤੇ ਪੂਰੀ ਬਖਸ਼ਿਸ਼ ਰੱਖਦਾ। ਕੀ ਬਖਸ਼ਿਸ਼ ਰੱਖਦਾ? ਉਹਨਾਂ ਤੇ ਬਖਸ਼ਿਸ਼ ਕਰਦਾ ਕਿਉਂਕਿ ਉਹ ਅਰਦਾਸ ਕਰ ਰਹੇ ਤੇਰੇ ਗੁਣ ਗਾਵਾਂ ਦੇ ਬਜਾਈ। ਉਹਨਾਂ ਤੇ ਐਸੀ ਨਦਰ ਕਰਦਾ, ਐਸੀ ਕਿਰਪਾ ਕਰਦਾ, ਉਹ ਨਾਮ ਜਪਣਾ ਛੱਡਦੇ ਹੀ ਨਹੀਂ। ਉਹ ਅੱਠੋਂ ਪਹਿਰ ਹੀ ਉਹਦੀ ਰਜ਼ਾ ਦੇ ਵਿੱਚ ਰਹਿੰਦੇ। ਇਹ ਬਖਸ਼ਿਸ਼ ਉਹਨਾਂ ਤੇ ਕਰਦਾ। ਤੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਝ ਹੁੰਦਾ। ਅਸੀਂ ਬਾਕੀ ਬਖਸ਼ਿਸ਼ਾਂ ਮੰਗਦੇ ਫਿਰਦੇ ਆ, ਬਾਕੀ ਕੁਛ ਅਸੀਂ ਲੱਭਦੇ ਫਿਰਦੇ ਆ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਝ ਹੁੰਦਾ। ਤੇ ਮੈਨੂੰ ਕਿਹੜੀ ਮਥਾਜੀ ਮੈਨੂੰ ਰਹਿ ਜਾਣੀ ਹੈ ਜੇ ਕਰਤਾ ਪੁਰਖ ਮੇਰੇ ਵੱਲ ਆ ਜਾਵੇ, ਮੇਰੇ ਤੇ ਉਹਦੀ ਬਖਸ਼ਿਸ਼ ਹੋ ਜਾਵੇ। ਇਹ ਦੁਨਿਆਵੀ ਚੀਜ਼ਾਂ ਨੇ, ਗੱਡੀਆਂ, ਕਾਰਾਂ, ਸੰਪਤੀਆਂ, ਪ੍ਰਾਪਰਟੀਜ਼, ਅਹੁਦੇ, ਇਹ ਉਹਨੇ ਆਪੇ ਬਖਸ਼ਿਸ਼ ਕਰੀ ਜਾਣੇ। ਇਹਦੇ ਲਈ ਤਾਂ ਸਾਨੂੰ ਲੋੜ ਹੀ ਨਹੀਂ। ਇੱਕ ਪਿਓ ਦਾ ਪੁੱਤ ਚੰਗਾ ਹੋਵੇ, ਉਹ ਪਿਓ ਤੇ ਉਹਨੂੰ ਬਿਨਾਂ ਮੰਗਿਆ ਚੀਜ਼ਾਂ ਦਿੰਦਾ ਰਹਿੰਦਾ। ਉਹਦੇ ਕਹਿਣੇ 'ਚ ਹੋਵੇ ਪੁੱਤ ਤੇ ਮੱਲੋ ਮੱਲੀ ਪਿਓ ਦਾ ਐਸਾ ਉਹਦਾ ਦਿਲ ਪਿਘਲ ਜਾਂਦਾ। ਉਹ ਕਹਿੰਦਾ ਲੈ ਵੀ ਪੁੱਤ ਆ ਵੀ, ਮੇਰੇ ਤੇ ਪੁੱਤ ਕੁਛ ਮੰਗਦਾ ਹੀ ਨਹੀਂ, ਆ ਵੀ ਦਿਓ ਇਹਨੂੰ, ਆ ਵੀ ਦਿਓ, ਤੇ ਕੁਛ ਮੰਗਦਾ ਹੀ ਨਹੀਂ, ਆ ਵੀ ਦੇ ਦਿਓ ਇਹਨੂੰ। ਸੋ ਮੰਗਣਾ ਤਾਂ ਸੱਚ ਇੱਕ। ਜੇ ਕੋਈ ਮੰਗ ਕਰਨੀ ਹੈ ਅਕਾਲ ਪੁਰਖ ਤੋਂ ਤੇ ਉਹਦੀ ਭਗਤੀ ਦੀ ਮੰਗ ਕਰਨੀ ਹੈ। ਆ ਹੁਣ ਚੌਥੀ ਲਾਈਨ ਆਉਂਦੀ ਹੈ, ਇਹਦੇ ਤੇ ਗਰੀਬੀ ਦੀ ਜਿਹੜੀ ਇੰਤਹਾ, ਗਰੀਬੀ ਦਾ ਅੰਤ, ਜਿਹੜਾ ਕੋਈ ਪੀਰ ਪੈਗੰਬਰ ਇਸ ਅਵਸਥਾ ਤੱਕ, ਇੰਨੀ ਗਰੀਬੀ ਤੱਕ ਨਹੀਂ ਪਹੁੰਚ ਸਕਿਆ ਜਿੱਥੇ ਬਾਬਾ ਨਾਨਕ ਜਾ ਰਿਹਾ। ਇਹ ਹੁਣ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਲੋਕ ਨੇ, ਉਹਨਾਂ ਨੇ ਇਹ ਅਰਥ ਬਹੁਤ ਬਾਖੂਬੀ ਸਮਝ ਲੈਣੇ ਨੇ। ਕਹਿੰਦੇ ਇੱਥੇ ਕੁੱਕਰ ਹੋਂ ਬੇਗਾਨਾ, ਭੌਂਕਾਂ ਇਸ ਤਨ ਤਾਈਂ। ਕੁੱਕਰ ਦਾ ਜਿਹੜਾ ਅੱਖਰੀ ਅਰਥ ਹੈ ਉਹ ਹੈ ਕੁੱਤਾ। ਕਹਿੰਦੇ ਜੀ ਮੇਰੇ ਵਰਗੇ ਹੋਰ ਵੀ ਬਹੁਤ ਇਸ ਕਾਰਜ ਵੱਲ ਨੂੰ ਲੱਗੇ ਹੋਏ ਨੇ, ਗਰੀਬ ਬਣ ਕੇ, ਸੇਵਾਦਾਰ ਬਣ ਕੇ, ਗਰੀਬੀ 'ਚ ਰਹਿ ਕੇ ਕਈ ਸਾਰੇ ਨਾਮ ਜਪਣ ਲੱਗੇ ਹੋਏ ਨੇ।
ਆਪਣੇ ਆਪ ਨੂੰ ਕਹਿੰਦੇ ਹਉ ਬੇਗਾਨਾ। ਇਹਨੂੰ ਹੁਣ ਆਪਾਂ ਖੋਲਦੇ ਹਾਂ ਥੋੜਾ। ਜਿਸ ਤਰ੍ਹਾਂ ਇੱਕ ਪਿੰਡ ਹੁੰਦਾ, ਪਿੰਡ ਦੀ ਇੱਕ ਫਿਰਨੀ ਹੁੰਦੀ, ਫਿਰਨੀ, ਜਿਹਨੂੰ ਸ਼ਹਿਰਾਂ 'ਚ ਕਿਹਾ ਜਾਂਦਾ ਰਿੰਗ ਰੋਡ। ਉਹ ਪਿੰਡ ਦੀ ਇੱਕ ਹੱਦ ਹੁੰਦੀ ਹੈ ਤੇ ਉਸ ਹੱਦ ਦੇ ਪਰਲੇ ਪਾਸਿਓਂ, ਭਾਵ ਕਿ ਪਿੰਡ ਦੇ ਬਾਹਰੋਂ, ਜਿਹੜਾ ਕੋਈ ਕੁੱਤਾ ਪਿੰਡ ਦੇ ਵਿੱਚ ਐਂਟਰ ਹੁੰਦਾ, ਉਹ ਉਸ ਪਿੰਡ ਦੇ ਮਹੱਲੇ ਦੇ ਜਾਂ ਸਾਰੇ ਕੁੱਤੇ ਜਿਹੜੇ ਆ ਨਾ, ਉਹ ਇਕੱਠੇ ਹੋ ਜਾਂਦੇ ਆ, ਉਹ ਕੁੱਤੇ ਨੂੰ ਵੱਢ ਖਾਣ ਨੂੰ ਪੈਂਦੇ ਆ। ਬਾਬਾ ਨਾਨਕ ਕਹਿੰਦਾ ਮੈਂ ਤੇ ਉਹ ਕੁੱਤਾ ਬੇਗਾਨਾ। ਆਪਣੀ ਗਿਣਤੀ ਬਾਬੇ ਨਾਨਕ ਨੇ ਉਹ ਕੁੱਤਿਆਂ 'ਚ ਵੀ ਨਹੀਂ ਕੀਤੀ, ਇੰਨੀ ਗਰੀਬੀ। ਕਹਿੰਦੇ ਇੱਥੇ ਕੂਕਰ ਨਾਮ ਜਪਣ ਤੇ ਬਹੁਤ ਲੋਕ ਲੱਗੇ ਹੋਏ ਆ, ਪਰ ਕਹਿੰਦੇ ਮੈਂ ਬੇਗਾਨਾ, ਮੈਂ ਤੇ ਉਹ ਕੂਕਰ ਵੀ ਨਹੀਂ। ਭੌਂਕਾਂ ਇਸ ਤਨ ਤਾਈ। ਕਹਿੰਦੇ ਮੈਂ ਆਪਣੇ ਆਪ ਨੂੰ ਬਚਾਉਣ ਲਈ, ਵਿਕਾਰਾਂ ਤੋਂ ਬਚਾਉਣ ਲਈ, ਮਾਇਆ ਤੋਂ ਬਚਾਉਣ ਲਈ ਤੇਰੇ ਗੁਣ ਗਾ ਰਿਹਾ, ਬੇਗਾਨਾ ਬਣ ਕੇ, ਬੇਗਾਨਾ ਕੁੱਤਾ ਬਣ ਕੇ। ਅਤ ਦਰਜੇ ਦੀ ਗਰੀਬੀ ਹੈ। ਮੇਰਾ ਖਿਆਲ ਹੁਣ ਗੱਲ ਪਕੜ 'ਚ ਆ ਗਈ ਹੋਣੀ ਹੈ। ਬੇਗਾਨੇ ਦਾ ਮਤਲਬ ਵੀ ਕੁੱਤਾ ਹੀ ਹੈ, ਪਰ ਉਹ ਕੁੱਤਾ ਜਿਹੜਾ ਫਿਰਨੀ ਦੇ ਬਾਹਰ ਹੁੰਦਾ, ਪਿੰਡ ਦਾ ਨਹੀਂ ਹੁੰਦਾ। ਇੱਥੇ ਕੂਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈ। ਭਗਤੇ ਹੀਣ। ਹੁਣ ਇਹ ਸਿਹਾਰੀ ਨੇ ਕਿੰਨੇ ਭੇਦ ਖੋਲੇ ਆ ਜੀ। ਭਗਤੇ ਹੀਣ, ਭਗਤੀ ਤੋਂ ਹੀਣ। ਮੈਂ ਤੇ ਇੰਨੀ ਮੇਰੀ ਹੈਸੀਅਤ ਹੀ ਨਹੀਂ ਮੈਂ ਤੇਰੀ ਭਗਤੀ ਕਰ ਸਕਾਂ। ਹਰ ਗੁਣ ਕਹਿ ਨਾ ਸਕੂੰ ਬਨਵਾਲੀ। ਮੈਂ ਨਹੀਂ ਕਹਿ ਸਕਦਾ। ਭਗਤੇ ਹੀਣ, ਤੱਤੇ ਨੂੰ ਸਿਹਾਰੀ, ਐਸ ਭਗਤੀ ਤੋਂ ਹੀਣ ਆ ਮੈਂ ਨਾਨਕ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਇੰਨੀ ਗਰੀਬੀ 'ਚ ਆਉਣਾ ਪੈਣਾ, ਇੰਨੀ ਗਰੀਬੀ ਦੀ ਭਗਤੀ ਹੈ। ਤਾਂ ਇਸ ਭਗਤੀ ਨੂੰ ਅਸੀਂ ਇਕੱਤਰ ਕਰ ਪਾਵਾਂਗੇ। ਜਿਹੜਾ ਅਸੀਂ ਕਮਾਈ ਕਰਨੀ ਹੈ, ਜਿਹਨੂੰ ਕਹਿੰਦੇ ਹਾਂ ਅਸੀਂ ਨਾਮ ਕਮਾਈ, ਇਹ ਗਲਤੀਆਂ ਦੇ ਨਾਲ ਖਰਚ ਵੀ ਹੋ ਜਾਂਦੀ ਹੈ ਇੱਥੇ। ਹੋਰ ਕਮਾਈ ਕਰੀਏ ਨਾ, ਤੇ ਜਿਹੜਾ ਬੈਲੈਂਸ ਹੈ ਮਾੜਾ ਮੋਟਾ, ਉਹਨੂੰ ਅਸੀਂ ਖਰਚ ਕਰ ਦਈਏ ਇੱਥੇ ਗਲਤੀਆਂ ਦੇ ਨਾਲ। ਤੇ ਜਿਹੜਾ ਬੈਲੈਂਸ ਹੈ ਉਹ ਅੰਤ ਨੂੰ ਫਿਰ ਥੋੜਾ ਰਹਿਣਾ ਹੈ ਜਾਂ ਜ਼ੀਰੋ ਰਹਿਣਾ। ਸੋ ਇਹ ਜਿਹੜਾ ਕੰਮ ਕਰਨਾ, ਆਪਣੇ ਆਪ ਨੂੰ ਮਾਇਆ ਤੋਂ ਬਚਾ ਕੇ, ਆਪਣਾ ਵੀ ਉਦਮ, ਇੰਨਾ ਵੱਡਾ ਸਾਰਾ 6 ਫੁੱਟ ਦਾ ਸਰੀਰ ਹੁੰਦਾ, ਬਿਲਕੁਲ ਉੱਤੇ ਐਨ ਟੀਸੀ ਤੇ ਰੱਖਿਆ ਦਿਮਾਗ ਇਹਦੇ ਵਿੱਚ, ਇੰਨੀ ਇਹਦੀ ਇਹਨੂੰ ਆਦਰ ਮਾਣ ਦਿੱਤਾ ਦਿਮਾਗ ਦਾ, ਇਹਨੂੰ ਵਰਤ ਲਈਏ ਮਾੜਾ ਮੋਟਾ, ਵਰਤ ਕੇ ਆਪਣੇ ਆਪ ਨੂੰ ਉਦਮ ਕਰੀਏ। ਗੁਰਬਾਣੀ ਸਾਡੇ ਕੋਲ ਹੈ, ਇੰਨੇ ਉੱਚ ਹੱਦੀ ਬੈਣ ਬਾਬੇ ਨਾਨਕ ਦੇ ਸਾਡੇ ਕੋਲ ਨੇ। ਉਹਨੂੰ ਟਾਈਮ ਦਈਏ, ਉਹਨੂੰ ਦਿਮਾਗ ਨਾਲ ਸੋਚੀਏ, ਪੜ੍ਹੀਏ ਇਹ ਚੀਜ਼ਾਂ ਦੇ ਭੇਦ। ਇਹ ਸਾਡੇ ਵਿੱਚੋਂ ਹੀ, ਇੱਥੋਂ ਹੀ ਅੱਖਰ ਲੈ ਲੈ ਕੇ ਬਾਬੇ ਨਾਨਕ ਨੇ ਅੱਖਰ ਸਾਜੇ। ਸੋ ਜੋ
ਸਮਾਜ ਦੇ ਵਿੱਚ ਹੋ ਰਿਹਾ ਸੀ, ਉਹੀ ਸਾਨੂੰ ਗਿਆਨ ਦਿੱਤਾ ਕਿ ਆਹ ਕੰਮ ਠੀਕ ਹੈ, ਆਹ ਕੰਮ ਨਹੀਂ ਠੀਕ ਹੈ। ਤੁਹਾਡਾ ਕਰੈਕਟਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਆਹ ਗੁਣ ਤੁਹਾਡੇ 'ਚ ਹੋਣੇ ਚਾਹੀਦੇ ਆ, ਆਹ ਔਗੁਣ ਨੇ, ਇਹਨਾਂ ਨੂੰ ਦੂਰ ਕਰੋ। ਇੰਨੀ ਗਰੀਬੀ ਅਵਸਥਾ ਦੇ ਵਿੱਚ ਰਹਿ ਕੇ ਜੇ ਭਗਤੀ ਕਰਾਂਗੇ, ਤਾਂ ਇਸ ਕਮਾਈ ਨੂੰ ਅਸੀਂ ਬਚਾ ਕੇ ਰੱਖ ਸਕਾਂਗੇ। ਤਾਂ ਉਹਦੇ ਦਰ ਤੇ ਸਾਡੀ ਜਿਹੜੀ ਹੈ ਪੁੱਛ-ਗਿੱਛ ਹੋਣੀ ਹੈ। ਉਹ ਦੋਸਤੀ ਜਿਹੜੀ ਸਾਡੀ ਪੈਣੀ ਹੈ, ਜਿਹੜੀ ਨੇੜਤਾ ਅਕਾਲ ਪੁਰਖ ਦੇ ਨਾਲ ਹੋਣੀ ਹੈ, ਉਹਦਾ ਫਾਇਦਾ ਤਾਂ ਹੈ। ਤੇਰੇ ਗੁਣ ਗਾਵਾਂ ਦੇ ਬਜਾਏ। ਕਿਸ ਤਰ੍ਹਾਂ ਮੈਂ ਉਹਨੂੰ ਬਚਾ ਸਕਾਂਗਾ? ਇਹ ਕਮਾਈ ਨੂੰ, ਨਾਮ ਕਮਾਈ ਨੂੰ ਕਿਸ ਤਰ੍ਹਾਂ ਅਸੀਂ ਬਚਾ ਸਕਾਂਗੇ? ਐਵਰੀ ਡੇ, ਐਵਰੀ ਟਾਈਮ, ਅੱਠੋਂ ਪਹਿਰ ਤੇਰੇ ਗੁਣ ਗਾਵਾਂ ਦੇ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਇਸ ਇਸ ਫਾਰਮੂਲੇ ਦੇ ਨਾਲ ਮੈਂ ਉਹਦੀ ਰਜ਼ਾ ਦੇ ਵਿੱਚ ਰਹਿ ਸਕਦਾ। ਮੈਂ ਮਨ ਨੂੰ ਹਰ ਵੇਲੇ ਉਸ ਨਾਮ ਕਮਾਈ ਦੇ ਵਿੱਚ, ਨਾਮ ਅਭਿਆਸ ਦੇ ਵਿੱਚ, ਨਾਮ ਜਪਣ ਦੇ ਵਿੱਚ ਲਾ ਕੇ ਰੱਖਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।